ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ-ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ ਹੈ, ਕਰਦਾ ਕੁਛ ਹੋਰ ਪਿਆ ਹੁੰਦਾ ਹੈ। ਵਿਚਾਰ ਦੇ ਅੰਦਰ ਕੁਝ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਝ ਹੋਰ ਪ੍ਰਗਟ ਕਰ ਰਿਹਾ ਹੁੰਦਾ ਹੈ। ਅੰਦਰ ਚਿੰਤਨ ਯਾਦਾਂ ਤੇ ਕੁਝ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ 'ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਉਹ ਨਹੀਂ ਹੈ। ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਝ ਹੈ। ਮਨੁੱਖ ਜੋ ਕੁਝ ਕਰਦਾ ਰਹਿੰਦਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ, ਮਨੁੱਖ ਉਹੀ ਕੁਝ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਹੈ, ਧਰਮ ਕਹਿੰਦਾ ਹੈ, ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਝ ਹੈ। ਜਿਸ ਨੂੰ ਬਾਰ-ਬਾਰ ਸੋਚਦਾ ਹੈ, ਜਿਸ ਦੇ ਬਾਰ-ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ, ਯਾਦ ਦਾ ਹਿੱਸਾ ਬਣ ਜਾਂਦਾ ਹੈ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ: ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ ਨੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ, ਮਨੁੱਖ ਉਹ ਨਹੀਂ ਹੈ। ਮਨੁੱਖ ਜੋ ਕੁਝ ਸੋਚਦਾ ਰਹਿੰਦਾ ਹੈ, ਮਨੁੱਖ ਉਹੀ ਕੁਝ ਹੈ। ਮਨੁੱਖ ਉਹੀ ਕੁਝ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ। ਗੁਰਦੁਆਰੇ 'ਚ ਬੈਠ ਕੇ ਵੀ ਬੁਰਾ ਸੋਚ ਸਕਦਾ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਗੁਰਦੁਆਰੇ 'ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਕਿਸੇ ਧਾਰਮਿਕ ਸਥਲ ਦੇ 'ਚ ਬੈਠ ਕੇ, ਮੰਦਰ ਦੇ 'ਚ ਬੈਠ ਕੇ, ਮਸਜਿਦ ਦੇ 'ਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ ਹੈ, ਕਿਸੇ ਨੂੰ ਕੁਝ ਨਹੀਂ ਪਤਾ। ਸਿਰਫ ਪਰਮਾਤਮਾ ਨੂੰ ਪਤਾ ਹੈ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨਹੀਂ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨਹੀਂ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਅੰਤਰਯਾਮੀ। ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰਗਤ। हे ਪ੍ਰਭੂ, ਮੈਂ ਤੇ ਕੰਬ ਜਾਣਾ, ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ। ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ ਹਾਂ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ।
ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨਕ, ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਝ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚਲਦੀਆਂ ਹੋਣ। ਮਨੋਚਿੰਤਕ ਤੇ ਕਹਿੰਦੇ ਨੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ। ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ ਹੈ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ। ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸ ਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। तो मन दे तल ते मनुख बिल्कुल सुतंत्र है, आजाद है। हाँ, मन ते निगाह परमात्मा दी, क्योंकि वो व्यापक है तो उदा वेखना भी व्यापक है, वो व्यापक है, उदा सुनना भी व्यापक है। देखत सुनत सदा है संगे, मैं मूर्ख जानिया दूरी रे। हर वक्त कोई मनुख किसी नूं नहीं देख सकता, कोई बच्चे हर वक्त मां बाप की निगाह थले नहीं आते, भरा की निगाह थले हर वक्त भरा नहीं आता, पति की निगाह के थले हर वक्त पत्नी नहीं आती, और पत्नी की निगाह के थले हर वक्त पति नहीं आता। पर सारे संसार के जीव परमात्मा की निगाह के थले ने, और हर वक्त सब कुछ उसकी निगाह के थले। देखत सुनत सदा है संगे, मैं मूर्ख जानिया दूरी रे। सब तो वड्डी सियाणप है, अकलमंदी है, नेड़े करके जानदा है। परमात्मा नेड़े है, देख रहे है, मैनू सुन रहे है। ये सब तो वड्डी अकलमंदी है, ये सब तो वड्डी दानिशमंदी है, और ये सब तो वड्डी मूर्खता है कि रब किथे देखदा पिया। कानून दी ते पहुंच है कोई नहीं, समाज ते देखदा नहीं पिया ते रब नूं मनदा नहीं, वो किथे देखदा है। जो कुछ करना है कर। महाराज कहंदे ने प्रभ सब किछ जाने जिन तो किया। तू जो सोचदा रहिंदा है सब कुछ प्रभु नूं पता। नहीं पता होवेगा कानून नूं तो बच गया होवेगा, नहीं पता समाज नूं तेरी इज्जत मान मर्यादा बनी हुई है, लेकिन प्रभु नूं ते पता। परमात्मा दे बेशुमार गुणां दे चों एक गुण है कि वो वेख के अणडिठ करदा है। दोखन देखत हैं पर देत ना हारे। वो अपना हथ नहीं रोकदा भी इतना बुरा सोचदा रहिंदा, इहदे अंदर इतने बुरे विचार चलदे रहिंदे ने, इतने बुरे ख्यालां दा ये मालक, इहदी इतनी बुरी सोचनी, लेकिन फिर भी परमात्मा अपने हथ नहीं रोकदा। दोखन देखत हैं, देखदा पिया, पड़ोसी वेखदा भी नहीं ते ढंडोरा पिटदा, फलाना तो इंज है, देखिया भी कख नहीं, ढंडोरा पिटी जा रहा है। अज तक संसार का भ्रमण करदे आया एक अंदाजे नाल मैं कह सकदा सैकड़े मनुख मैनू ऐसे मिले होणगे जिन्हां ने कहा ज्ञानी जी थानू फलाने बारे पता है, बड़ा अनर्थ कीता है उसने। मैं कहा तू देखिया? कहंदा देखिया ते नहीं सुनिया। सुनिया सुनिया करीबन 99% मैनू वो मिले ने, जद मैं पूछया तू देखिया? कहंदा नहीं सुनिया।
फिर किसी होर ने भी ये गल कही तो भी तू देखिया नहीं, कहंदा सुने, सिर्फ सुने, देखिया भी नहीं, ढंडोरा पिट रहा है। परमात्मा देखदे होया भी खामोश, खामोश। दोखन देखत है पर देत ना हारे। इस वास्ते असी अरदास विच ये शब्द ऐड कर दिते, जिन्ना वेख के अणडिठ कीता। महान वेख के अणडिठ करना ये परमात्मा वाला सुभाव है, ईश्वर वाला सुभाव है। वेख के अणडिठ कर सकता है कोई स्नेह दे च, कोई प्रेम दे च, उंज नहीं कर सकता। गलतियां ते देखियां ने बच्चे दियां, पर मां पड़दा पांदी है, छुपांदी है, किसी होर नूं ना पता चले। स्नेह, स्नेह। भुलां ते देखियां ने, कुछ अनर्थ ते देखिया है भरा दा, मित्र दा, पर मित्र छुपांदा है, पड़दा पांदा है। भरा छुपांदा है, पड़दा पांदा है, प्यार है। आम हालत विच मनुख वेखदा भी नहीं, ढंडोरा पिटदा है। एक प्यार ही इस वास्ते इसनूं कह दिता गया रब वर्गा ही है। प्यार वेखदा भी है तो खामोश हो जाता है, नजरअंदाज कर देता है। और एक हकीकत है, मीरा ते साफ कहंदी है, हे प्रभु जे तू मेरे औगण गिणन लग पवे फिर ते तेरा मिलना कदी हो ही नहीं सकता, हो ही नहीं सकता। प्रभु जो हमरे दोख मत हृदय दारो। हे प्रभु तेरे सुभाव का पता है, तू मेरे दोखा नूं नहीं देखेगा, न हृदय विच धारण करेगा। कलगीधर पातशाह ते कहंदे ने ऐसा सुभाव केवल परमात्मा का है, दोखन देखत हैं पर देत ना हारे। देखदा है। ये अवस्था मनुख दी बन सकती है जिस दिन सारे संसार नाल प्यार हो जाए, ते सारे संसार नाल प्यार उसे नूं भगती कहंदे ने, प्रेमा भगती। परमात्मा नाल प्यार, सारे संसार नाल प्यार। पूर्ण प्रेम प्रतीत सजे ब्रत गोड़, मड़ी मठ भूल न मान। पूर्ण प्रेम जिहदी सारी पूर्णता आ गई, परमात्मा आ गया, इसनूं भगती कहंदे ने। जिस दिन मनुख भगत हो जाता है, उहदी अवस्था की बन जाती है। धन गुरु नानक देव जी महाराज प्रमाण करते हैं, हम नहीं चंगे बुरा नहीं कोई, प्रणवत नानक तारे सोए। साडा कोई दावा नहीं कि मैं चंगा, मेरा कोई कहना नहीं कि कोई बुरा है, कोई बुरा है। मैं चंगा हाँ, मैं चंगा हाँ, भगत दा ये दावा ही खत्म हो जाता है। कोई बुरा है, कोई बुरा है, ऐसा भगत दा कहना ही खत्म हो जाता है। ये भगत दी पहचान और हकीकत है। परमात्मा की दृष्टि च कोई बुरा भला नहीं है। गन्ने दे च रस पा दिता है परमात्मा ने, अमृत है। संतरे दा रस, अंगूरां दा रस अमृत है। और इस अमृत नूं मनुख चाहे तो जहर बना सकता है, शराब बना लेगी। रस ते मिठा सी, अंगूरां दा कौड़ा हो गया। रस ते स्वादिष्ट सी, मिठा सी, संतरे दा कौड़ा हो गया। रस ते मिठा सी, गन्ने दा कौड़ा हो गया। मिठे नूं मनुख कौड़ा कर सकता है, अमृत नूं मनुख जहर बना सकता है। मनुख कोल ये तौफीक है, शराब नूं ही देख लो। मनुख ने मिठे नूं कौड़ा कर दिता है, तरका के।
ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੌਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ। ਹਕੀਮ ਵੈਦ ਇਹਨੂੰ ਮਾਰ ਕੇ ਇਸ ਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇਹ ਤੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ। ਇਹ ਤੇਰੇ ਤੇ ਮੁਨੱਸਰ ਹੈ, ਤੂੰ ਜ਼ਹਿਰ ਦੇ ਚ ਜੀਉਣਾ ਹੈ ਕਿ ਅੰਮ੍ਰਿਤ ਦੇ ਚ ਜੀਉਣਾ। सत्संग इस वास्ते है, और आज तक बड़े बड़े अवतारी पुरुष महज इसलिए आए कि मनुख चुनाव ठीक कर सके, मनुख चोण ठीक कर सके। अक्सर मनुख चुनाव गलत कर लेंदा है, जिंदगी सारी गलत हो जाती है। जितने जिंदगी ਦੀ ਤਾਰੀਕੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਕ ਮਨੁੱਖ ਦਾ ਸੰਬੰਧ ਵੀ ਤਾਰੀਕੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ ਹੈ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਕੀ ਨੂੰ ਉਜਵਲ ਕਰਕੇ ਜੂਏ ਖਾਨੇ 'ਚ ਬੈਠਾ ਹੋਵੇਗਾ, ਵੈਸ਼ਿਆਲੇ 'ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਮੰਦਰ ਉਸ ਨੂੰ ਕਹਿੰਦੇ ਨੇ ਜਿਸ ਦਾ ਦੁਆਰ ਸਵੇਰੇ ਖੁੱਲਦਾ ਹੈ, ਅੰਮ੍ਰਿਤ ਵੇਲੇ ਖੁੱਲਦਾ ਹੈ, ਜਿੱਥੇ ਸਵੇਰੇ ਘੜਿਆਲ ਵੱਜਦਾ ਹੈ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉਹ ਤੇ ਬੇਸ਼ਤਰ ਜਗ੍ਹਾ ਉਂਝ ਹੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਇਹ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ? ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ ਹੈ, ਕੀਮਤ ਵੀ ਗਿਰਦੀ ਜਾਏਗੀ। यकीन जानो आज धर्म जितना बेकीमत हो गया है, कोई चीज इतनी बेकीमत नहीं, ये भी मैं अर्ज करते हैं। हकीकत है, सच्चाई है, जबकि उस तो वडमुल्ला और कुछ भी नहीं है। वस्तु बहुत पई है, ग्राहकी नहीं है, कीमतां गिर जाणगियां, बिल्कुल ग्राहकी नहीं है। वो वस्तु एक दिन मार्केट तो ओझल हो जाएगी, आउट ऑफ मार्केट हो जाएगी, नहीं रह सकती।